पाकिस्तानी पंजाबी फौजों की लाशें उनके गांव में नहीं जाएंगी, वहां से चीखने रोने और बिलखने की आवाजें नहीं आएंगी, कश्मीर में शांति नहीं होगी। हमने एक पॉडकास्ट ਵਾਹ ਵਾਹ ਨੁਕਸਾਨ ਤਾਂ ਸਾਡਾ ਹੋਣਾ ਨਾ, ਪੰਜਾਬ ਦਾ ਹੋਣਾ, ਦੋਨਾਂ ਪੰਜਾਬਾਂ ਦਾ ਨੁਕਸਾਨ ਹੋਣਾ। ਅਸੀਂ ਪਹਿਲਾਂ ਵੀ ਖਾਮਿਆਜ਼ਾ ਉਹਦਾ ਭੁਗਤਿਆ ਹੈ ਤੇ ਇਹ ਚਾਹੁੰਦੇ ਹੈ ਵੀ ਹਾਂ ਲੜਾ ਕੇ ਇਹਨਾਂ ਨੂੰ ਅੱਗੇ ਕਰਕੇ ਇਹਨਾਂ ਨੂੰ ਪੰਪ ਦੇ ਕੇ ਤੇ ਪੰਜਾਬ ਦੇ ਲੋਕ ਮਾਰੋ। इतनी फ्रेंडली कंट्रीज हैं उनमें सब में विजिट करते हैं, उनको जाके एक्सप्लेन करते हैं कि हम वाई आर वी गोइंग फॉर वॉर। क्यों? असलियत तो ये है कि लोग थू करते हैं इजरायलीज पर, वो कहीं भी वेलकम नहीं है इस पूरे दुनिया में जाने के लिए, विजिट करने के। पर अगर आप सीधे जाके पाकिस्तानी आर्मी को अटैक कर देते हो तो वो भी तो रिटेलिएट करेंगे, फिर क्या? और हम गाजा पैलेस्टाइन का तो मेंशन भी नहीं कर रहे हैं क्योंकि वो तो एक वॉर है ही नहीं, वो तो एक है। पूछते भी हो कि आप जाके पाकिस्तान को, पाकिस्तानी आर्मी को डिस्ट्रॉय करना चाहते हो, तो उसके बाद आपके पास जो भी केस निकलते हैं, जितने भी सिनारियोज निकलते हैं, एक्चुअली हम अपने आप को ही खत्म कर रहे हैं। और मोहब्बत की हुंदी चलिया जी नू जी हुंदी। ਵੈਲਕਮ ਬੈਕ ਟੂ ਦਾ ਚੈਨਲ ਗਾਇਜ਼, ਕੀ ਹਾਲ ਚਾਲ ਸਾਰੇ ਠੀਕ ਠਾਕ ਹੋ? ਸੋ ਇਸ ਟੌਪਿਕ ਤੇ ਆਪਣੀ ਇਹ ਘੱਟੋ ਘੱਟ 6ਵੀਂ ਵੀਡੀਓ ਹੈ ਤੇ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ, ਕਿਉਂਕਿ ਆਪਾਂ ਪਹਿਲਾਂ ਵੀ ਆਪਣੇ ਚੈਨਲ ਤੇ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਬਣਾਈਆਂ ਜਿਹਦੇ ਵਿੱਚ ਆਪਾਂ ਪਾਕਿਸਤਾਨ ਦੀ ਜੋ ਆਰਮੀ ਦੀ ਪਾਵਰ ਹੈ ਉਹਦੇ ਬਾਰੇ ਗੱਲ ਕੀਤੀ, ਜੋ ਇੰਡੀਆ ਦੀ ਆਰਮੀ ਪਾਵਰ ਹੈ ਉਹਦੇ ਬਾਰੇ ਗੱਲ ਕੀਤੀ ਕਿ ਇਨ ਫਿਊਚਰ ਜੇਕਰ ਜੰਗ ਲੱਗਦੀ ਹੈ ਤਾਂ ਕੀ ਹੋਏਗਾ, ਠੀਕ ਹੈ। ਤੇ ਨਿਊਕਲੀਅਰ ਪਾਵਰ ਦੀ ਗੱਲ ਕੀਤੀ, ਹੋਰ ਵੀ ਬਹੁਤ ਸਾਰੀਆਂ ਆਪਾਂ ਇਦਾਂ ਦੀਆਂ ਆਪਣੇ ਚੈਨਲ ਤੇ ਆਲਰੇਡੀ ਇਹ ਗੱਲਾਂ ਡਿਸਕਸ ਕੀਤੀਆਂ ਹੋਈਆਂ। ਸੋ ਸਭ ਤੋਂ ਪਹਿਲਾਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਇਹ ਜੋ ਦਿਲੋਂ ਇੱਕ ਦੁਆ ਹੈ, ਉਸ ਸੱਚੇ ਰੱਬ ਤੋਂ ਇੱਕ ਅਰਦਾਸ ਹੈ ਕਿ ਰੱਬਾ ਕਦੇ ਵੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਕੋਈ ਵੀ ਜੰਗ ਨਾ ਲੱਗੇ, ਠੀਕ ਹੈ। ਕਿਉਂਕਿ ਜੰਗ ਦਾ ਫਾਇਦਾ ਪੋਲੀਟਿਕਸ ਨੂੰ ਹੋ ਸਕਦਾ ਹੈ, ਸਰਕਾਰਾਂ ਨੂੰ ਹੋ ਸਕਦਾ ਹੈ, ਸਾਨੂੰ ਆਮ ਨਾਗਰਿਕਾਂ ਨੂੰ ਇਹਦਾ ਕੋਈ ਫਾਇਦਾ ਨਹੀਂ, ਠੀਕ ਹੈ। ਸਾਡੇ ਘਰ ਉੱਜੜਦੇ ਆ, ਸਾਡੇ ਜੀਅ ਮਰਦੇ ਆ ਤੇ ਸਾਡੇ ਪੰਜਾਬ ਦਾ ਨੁਕਸਾਨ ਹੁੰਦਾ। ਅਸੀਂ ਨਹੀਂ ਚਾਹੁੰਦੇ ਕਿ ਜੰਗ ਹੋਵੇ, ਠੀਕ ਹੈ। ਤੇ ਵਾਹਿਗੁਰੂ ਮਿਹਰ ਕਰੇ ਕਦੇ ਵੀ ਜੰਗ ਜਿਹੜੀ ਨਾ ਲੱਗੇ, ਤੇ ਮੈਨੂੰ ਵੀ ਇਹੀ ਲੱਗਦਾ ਕਿ ਜੰਗ ਲੱਗੂਗੀ ਨਹੀਂ, ਠੀਕ ਹੈ। ਸੋ ਇੰਡੀਅਨ ਮੀਡੀਆ ਦਾ ਇੱਕ ਸ਼ੌਕਿੰਗ ਰਿਐਕਸ਼ਨ ਹੈ ਐਂਡ ਉਹ ਕਿਸ ਬੇਸ ਤੇ ਹੈ, ਫੈਕਟ ਦੇ ਬੇਸ ਤੇ ਹੈ, ਲੌਜਿਕ ਦੇ ਆਧਾਰ ਤੇ ਕਿੱਥੇ ਹੈ। ਕਿਉਂਕਿ ਆਪਾਂ ਇਸ ਚੈਨਲ ਤੇ ਕਦੇ ਵੀ ਅੰਧ ਭਗਤ ਬਣ ਕੇ ਗੱਲਾਂ ਨਹੀਂ ਕੀਤੀਆਂ, ਆਪਾਂ ਗੱਲਾਂ ਅਨਬਾਇਸਡ ਰਹਿ ਕੇ ਗੱਲਾਂ ਕੀਤੀਆਂ। ਜਿੱਥੇ ਪਾਕਿਸਤਾਨ ਦੀਆਂ ਕੁਝ ਚੀਜ਼ਾਂ ਨਹੀਂ ਠੀਕ ਲੱਗਦੀਆਂ ਆਪਾਂ ਕਹਿੰਦੇ ਹਾਂ ਕਿ ਯਾਰ ਨਹੀਂ, ਪਾਕਿਸਤਾਨ ਨੇ ਇੱਥੇ ਠੀਕ ਨਹੀਂ ਕੀਤਾ, ਤੇ ਜਿੱਥੇ ਇੰਡੀਅਨ ਗੌਰਮੈਂਟ ਦੀ ਗੱਲ ਆਉਂਦੀ ਹੈ ਤਾਂ ਆਪਾਂ ਇਹ ਵੀ ਕਹਿੰਦੇ ਹਾਂ ਕਿ ਇੰਡੀਅਨ ਗੌਰਮੈਂਟ ਨੇ ਆਹ ਚੀਜ਼ ਠੀਕ ਨਹੀਂ ਕੀਤੀ, ਠੀਕ ਹੈ। ਸੋ ਅੱਜ ਦੀ ਜਿਹੜੀ ਵੀਡੀਓ ਹੈ ਦੇਖਦੇ ਹਾਂ, ਸਮਝਦੇ ਹਾਂ, ਤੇ ਇੱਕ ਚੰਗੇ ਤੇ ਸੂਝਵਾਨ ਹੋਣ ਦਾ ਸਬੂਤ ਦਿਓ। ਕਮੈਂਟਾਂ ਦੇ ਵਿੱਚ ਗਾਲਾਂ ਤੋਂ ਬਿਨਾਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ, ਠੀਕ ਹੈ। ਸੋ ਕਮੈਂਟ ਜ਼ਰੂਰ ਕਰਿਓ, ਵੀਡੀਓ ਦੇਖਦੇ ਹਾਂ। ਤੇ ਜੇਕਰ ਤੁਸੀਂ ਇਸ ਚੀਜ਼ ਨੂੰ ਸਪੋਰਟ ਕਰਦੇ ਆ ਕਿ ਵੌਰ ਨਾ ਹੋਵੇ ਤਾਂ ਇੱਕ ਹੈਸ਼ਟੈਗ ਆਪਾਂ ਜੋ ਇੱਕ ਚਾਲੂ ਕਰਨ ਲੱਗੇ ਆ, ਜਿਹਦਾ ਜੋ ਹੋਏਗਾ ਜੀ ਹੈਸ਼ਟੈਗ ਸੇ ਨੋ ਟੂ ਵੌਰ। ਸੋ ਵਾਹਿਗੁਰੂ ਮਿਹਰ ਕਰੇ ਤੁਸੀਂ ਇਹ ਹੈਸ਼ਟੈਗ ਲਿਖ ਕੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਜੰਗ ਨਾ ਹੋਵੇ। ਕਿਉਂਕਿ ਬਹੁਤ ਸਾਰੇ ਪਾਕਿਸਤਾਨੀ ਆ ਜਿਹੜੇ ਉਹ ਜੋਸ਼ ਦਾ ਜਜ਼ਬਾ ਕਮੈਂਟਾਂ ਦੇ ਵਿੱਚ ਮੈਨੂੰ ਦਿਖਾਉਂਦੇ ਆ, ਪਰ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਉਹ ਗੱਲਾਂ ਕਰ ਰਹੇ ਹੋ ਜਿਵੇਂ ਸਾਡੀ ਇੰਡੀਅਨ ਮੀਡੀਆ ਕਰਦੀ ਹੈ ਨਾ, ਨਿਊਜ਼ ਰੂਮ ਵਿੱਚ ਬੈਠ ਕੇ। ਤੁਸੀਂ ਵੀ ਹੁਣ ਜੋਸ਼ ਦੇ ਵਿੱਚ ਆ ਕੇ ਉਹ ਚੀਜ਼ਾਂ ਕਰ ਰਹੇ ਹੋ, ਠੀਕ ਹੈ। ਸੋ ਆਪਾਂ ਘਰਾਂ 'ਚ ਬੈਠੇ ਹਾਂ, ਆਪਾਂ ਨੂੰ ਨਹੀਂ ਪਤਾ ਕਿ ਆਪਣੇ ਅੱਗੇ ਪਿੱਛੇ ਕੀ ਹੋਣ ਡਿਆ। ਸੋ ਕਿਸੇ ਦੀ ਗਰੰਟੀ ਨਹੀਂ ਨਾ ਲਿਆ ਕਰੋ, ਦੇਸ਼ ਭਗਤ ਬਣੋ, ਅੰਧ ਭਗਤ ਨਾ ਬਣੋ, ठीक है। सो हैशटैग से नो टू वॉर। के बाद इंडिया और पाकिस्तान के बीच में दो ही वॉर हुए हैं, 1965 एंड 1971। 50 साल से भी ज्यादा हो चुके हैं पिछले जंग में और आज में। अब आप बोल सकते हैं कारगिल भी तो था 1999 में, पर वो एक्चुअली वॉर तो था ही नहीं, वो तो एक मिलिट्री ऑपरेशन था। सर कारगिल वॉर पे फिर से एक बार टच करना चाहूँगा, उस पर आपका क्या रोल था एयरफोर्स का? ओके, कारगिल वॉर जो है एक बड़ा टिपिकल ऑपरेशन था। ये ऐसा ऑपरेशन जो है ना बहुत ही रेयर होता है, और इस टाइप के ऑपरेशन का कभी अपनी इंडियन डिफेंस सर्विसेज ने कभी सोचा नहीं था कि ऐसा हो सकता है। आपने ऑपरेशन वर्ड यूज किया। ऑपरेशन, वी कॉल इट ए ऑपरेशन, बिकॉज वॉर जो है वो 1 to 1 एक कंट्री और दूसरी कंट्री के बीच में होती है वॉर। ये जस्ट एन ऑपरेशन। सबसे पहले तो ये जो आदमी है जो चाह रहा है कि भाई वॉर होना चाहिए, उसने खुद तो आर्मी में 5 साल रहा और 1999 में ही छोड़ा, जस्ट बिफोर द कारगिल ऑपरेशन। ठीक है, उनके अपने रीजंस हो सकते हैं आर्मी छोड़ने के लिए। जब तक पाकिस्तानी पंजाबी फौजों की लाशें उनके गांव में नहीं जाएंगी, वहां से चीखने रोने और बिलखने की आवाजें नहीं आएंगी, कश्मीर में शांति नहीं होगी। हमने एक पॉडकास्ट ਵਾਹ ਵਾਹ, ਬਹੁਤ ਹੀ ਘਟੀਆ ਗੱਲ ਕੀਤੀ ਭਰਾ। ਮੈਂ ਤੁਹਾਨੂੰ ਅੱਗੇ ਵੀ ਕੱਲ ਵਾਲੀ ਵੀਡੀਓ 'ਚ ਵੀ ਕਿਹਾ ਸੀਗਾ ਕਿ ਇਹ ਤਾਂ ਚਾਹੁੰਦੇ ਆ ਕਿ ਜੰਗ ਹੋਵੇ, ਕਿਉਂਕਿ ਨੁਕਸਾਨ ਤਾਂ ਸਾਡਾ ਹੋਣਾ ਨਾ, ਪੰਜਾਬ ਦਾ ਹੋਣਾ, ਦੋਨਾਂ ਪੰਜਾਬਾਂ ਦਾ ਨੁਕਸਾਨ ਹੋਣਾ। ਅਸੀਂ ਪਹਿਲਾਂ ਵੀ ਖਾਮਿਆਜ਼ਾ ਉਹਦਾ ਭੁਗਤਿਆ ਤੇ ਇਹ ਚਾਹੁੰਦੇ ਆ ਵੀ ਹਾਂ ਲੜਾ ਕੇ ਇਹਨਾਂ ਨੂੰ ਅੱਗੇ ਕਰਕੇ ਇਹਨਾਂ ਨੂੰ ਪੰਪ ਦੇ ਕੇ ਤੇ ਪੰਜਾਬ ਦੇ ਲੋਕ ਮਾਰੋ। ਹੱਦ ਹੋ ਗਈ ਯਾਰ ਤੁਹਾਡੀ,
ਲਓ ਅੱਜ ਪਤਾ ਲੱਗਾ ਕਿ ਇਹ ਬੰਦਾ ਏਡੀਆਂ ਵੱਡੀਆਂ ਜੋ ਹਿੰਕੜੀਆਂ ਮਾਰਦਾ ਤੇ 5 ਸਾਲ ਸਾਡਾ ਰਹਿ ਗਿਆ ਆਇਆ ਤੇ 1999 ਤੋਂ ਪਹਿਲਾਂ ਰਿਟਾਇਰ ਹੋ ਕੇ ਵੀ ਆ ਗਿਆ। ਵਾਹ। ਮੇਰੇ ਫਾਦਰ ਸਾਹਿਬ ਆਰਮੀ ਵਿੱਚ ਸੀ, 22 ਸਾਲ ਉਹਨਾਂ ਨੇ ਆਰਮੀ ਦੇ ਵਿੱਚ ਜੋ ਸਰਵ ਕੀਤਾ ਹੈ, ਠੀਕ ਹੈ। ਤੇ ਸਾਨੂੰ ਪਤਾ ਇਹਨਾਂ ਚੀਜ਼ਾਂ ਦਾ ਕਿ ਇੱਕ ਆਰਮੀ ਮੈਨ ਦੀ ਕੀ ਲਾਈਫ ਹੁੰਦੀ ਹੈ, ਇੱਕ ਜਾਨ ਦੀ ਕੀਮਤ ਕੀ ਹੁੰਦੀ ਹੈ। ਮੇਰਾ ਦਿਮਾਗ ਹਿੱਲ ਜਾਂਦਾ ਇਹਨਾਂ ਨੂੰ ਫੜ ਲਏ ਬੰਦਾ ਵੀ ਤੁਹਾਨੂੰ ਜ਼ਿਆਦਾ ਚਾਹ ਜਿਹੜਾ ਆਪ ਜਾਓ ਖਾਂ ਹੋਵੋ ਮੂਰੇ, ਕਿਉਂ ਨਹੀਂ ਹੁੰਦੇ, ਜਾਓ ਬਾਰडर ਤੇ। किया था एयर वाइस मार्शल प्रमोद श्रीवास्तव सर के साथ। सुन लीजिए उन्होंने क्या कहा था वॉर के बारे में। और प्रमोद श्रीवास्तव सर खुद एक सीनियर ऑफिसर थे कारगिल कॉन्फ्लिक्ट के दौरान। एंड वॉर जब शुरू होती है, पहली बात तो वॉर बहुत खराब होता है, मैंने अपनी आंखों से देखा है। वॉर जो है बहुत खराब होता है। दो एज ए मिलिट्री मैन मुझको बहुत अच्छा लगता है कि वॉर में जाना चाहिए, लेकिन वॉर का रिजल्ट जो है बहुत खराब होता है, बिल्कुल बोथ द पार्टीज के लिए। लास्ट टाइम जब हमने पाकिस्तान को अटैक किया था वो था पुलवामा अटैक के बाद 2019 में, जब बालाकोट में एयर स्ट्राइक्स कैरी आउट की गई थी। पर ये वॉर के तो आसपास भी नहीं था। और अगर माइक पोम्पियो की बात बिलीव की जाए तो उस टाइम पे इंडिया और पाकिस्तान बहुत क्लोज थे न्यूक्लियर वॉर के। मैं इस बात को बिलीव नहीं करता, पर एटलीस्ट इससे ये तो पता चलता है कि व्हाट वी आर डीलिंग विद, कि ये बात कहाँ तक जा सकती है। हम बात कर रहे हैं वॉर की बिटवीन 2 न्यूक्लियर आर्म्ड स्टेट्स। इंडिया और पाकिस्तान दोनों के पास न्यूक्लियर बॉम्ब्स हैं। चलिए ये तो बहुत एक्सट्रीम सिचुएशन हो गया कि हम न्यूक्लियर वॉर की बात कर रहे हैं। इतना ही सोच लें कि भाई अगर इंडिया डिसाइड करता है कि उसको जंग छेड़नी है तो फिर क्या होगा। जैसे ही वॉर चालू होता है या वॉर चालू करने की तैयारी होती है, सबसे पहले तो दोनों देश ये कोशिश करेंगे कि ग्लोबल सपोर्ट उनके फेवर में आए। अटैक्स बहुत बुरे थे, इसको जितना कंडेम किया जाए उतना कम है, और बहुत ही सैडनिंग भी थे। मैंने खुद एक्सपीरियंस किया हुआ है कि कैसा लगता है कि अगर आपका फैमिली मेम्बर कोई एक ऐसे टेरर अटैक के बीच में फंस जाए। जी हाँ, मेरे फैमिली मेम्बर्स खुद जब बॉम्बे में अटैक हुआ था 2008 में, तब वो होटल में फंस गए थे। लकीली थैंक गॉड उनको कुछ भी नहीं हुआ और वो सेफली वापस आ गए, बट आई नो व्हाट इट फील्स लाइक। एंड देन वॉर भी ऐसा नहीं शुरू होती कि प्राइम मिनिस्टर ने घंटी बजा दी और सब लोग फौजी जो है दौड़ गए, अंदर धड़ाधड़ गोलियां चलना। ਮੈਂ ਆਹੀ ਗੱਲ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਸਮਝਾਉਣਾ ਹੈ ਕਿ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਨਾ ਕਿ ਅਸੀਂ ਰੈਡੀ ਹਾਂ ਭਾਈ, ਕਿਸ ਚੀਜ਼ ਲਈ ਰੈਡੀ ਹੋ? ਮੇਰੀ ਸਮਝ ਤੋਂ ਬਾਹਰ ਹੈ ਕਿਸ ਚੀਜ਼ ਲਈ ਰੈਡੀ ਹੈ। ਮਤਲਬ ਆਪਾਂ ਕੀ ਆਪਣਾ ਫਿਰ ਉਹੀ ਗੱਲ ਹੈ, ਮੈਂ ਤੁਹਾਨੂੰ ਕਿਹਾ ਕਿ ਆਪਣੇ ਮੋਢਿਆਂ ਤੇ ਬੰਦੂਕ ਰੱਖ ਕੇ ਚਲਾਉਣਾ ਚਾਹੁੰਦੇ ਆ, ਪੰਜਾਬੀਆਂ ਨੂੰ ਅੱਗੇ ਕਰਕੇ ਇਸ ਪੋਲਿਟਿਕਸ ਦਾ ਨਿਸ਼ਾਨਾ ਬਣਾਉਣਾ ਚਾਹੁੰਦੇ ਆ। ਸੋ ਤੁਸੀਂ ਉਹਨਾਂ ਦੀ ਗੱਲਾਂ 'ਚ ਆ ਕੇ ਉਹੀ ਚੀਜ਼ਾਂ ਕਰ ਰਹੇ ਹੋ। ਥੋੜਾ ਜਿਹਾ ਆਪਾਂ ਨੂੰ ਸੋਚਣਾ ਪੈਣਾ ਯਾਰ, ਥੋੜੇ ਮੈਚਿਓਰ ਹੋ ਕੇ ਇਸ ਚੀਜ਼ ਨੂੰ ਸੋਚੋ। ਜੰਗ ਲੱਗਦੀ ਹੈ, ਕੋਈ ਹਾਰ ਜਿੱਤ ਨਹੀਂ ਹੁੰਦੀ। ਇਹੋ ਜਿਹੀਆਂ ਜੰਗਾਂ 'ਚ, ਦੋ ਮੁਲਕਾਂ ਦੀ ਜੰਗ ਵਿੱਚ ਕੋਈ ਹਾਰ ਜਿੱਤ ਨਹੀਂ ਹੁੰਦੀ, ਇਨਸਾਨੀਅਤ ਦੀ ਹਾਰ ਹੁੰਦੀ ਹੈ। ਤੇ ਜਿੱਤਦਾ ਕੋਈ ਨਹੀਂ, ਜਿੱਤਦਾ ਸਿਰਫ ਪੋਲਿਟਿक्स है, और कुछ नहीं। शुरू हो गई नेवी शुरू नहीं, इट टेक्स लॉन्ग टाइम, प्रिपरेशन होती है। एंड देन उस कंट्री के जो भी हेड होते हैं, लेट्स से राष्ट्रपति या प्रधानमंत्री, वो जितनी फ्रेंडली कंट्रीज हैं उनमें सब में विजिट करते हैं, उनको जाके एक्सप्लेन करते हैं कि हम वाई आर वी गोइंग फॉर वॉर। यूएस को बोलते हैं, रशियंस को बोलते हैं, सबको जाके बताएंगे कि हम यदि हम वॉर पे जा रहे हैं तो क्यों, वाई। देन डेफिनेटली दे विल आस्क कि आपके पास और कोई दूसरा रास्ता नहीं है, क्योंकि वॉर इज नॉट ए गुड ऑप्शन। तो इट इज़ बाई नेसेसिटी और बाई चॉइस। तो लकीली इंडिया एक ऐसा कंट्री है कि कभी चॉइस से उसने किया नहीं। पर अगर इस टेरर अटैक के बाद सीधा इंडिया डिसाइड कर लेता है कि वो पाकिस्तानी आर्मी के अगेंस्ट वॉर वेज करेगा, तो हमें कितना ग्लोबल सपोर्ट मिलेगा? और आपको क्या लगता है हमारे एलाइज एक वॉर को सपोर्ट करेंगे? एट दिस पॉइंट तो मुझे नहीं लगता करेंगे। एंड अगर मान लीजिए हमें सपोर्ट नहीं मिलता, तो अभी ट्रम्प टैरिफ्स की वजह से ही हालत देख लीजिए कि इंडियन इकोनॉमी की क्या हो सकती है। अगर आप वॉर चालू कर देते हैं तो फिर आप देखना। आई टोल्ड यू भाई साहब, रशिया ਦਾ ਦੇਖੋ ਕੀ ਹਾਲ ਹੋਇਆ। ਰਸ਼ੀਆ ਇੱਕ ਸੁਪਰ ਪਾਵਰ ਕੰਟਰੀ ਹੈ, ਉਹਦਾ ਹਾਲ ਦੇਖੋ ਕੀ ਹੈ, ਉਹਦੀ GDP ਕਿੱਥੇ ਜਾ ਰਹੀ ਹੈ, ਇਕਨੋਮਿਕ ਲੈਵਲ ਤੇ ਉਹ ਕਿੱਥੇ ਹੈ, ਕਿਹਦੇ ਨਾਲ ਉਹਦਾ ਟ੍ਰੇਡ ਹੋਇਆ। ਇੱਕ ਪੰਜਾਬੀ ਗਾਣਾ ਵੀ ਰਿਲੀਜ਼ ਹੁੰਦਾ ਨਾ ਤਾਂ ਰਸ਼ੀਆ ਦੇ ਵਿੱਚ ਉਹ ਗਾਣਾ ਪਲੇ ਨਹੀਂ ਹੋ ਸਕਦਾ, ਬੈਨ ਹੁੰਦਾ, ਉਧਰ ਬਲੌਕ ਹੁੰਦਾ ਉਧਰ ਉਹ ਗਾਣਾ, ਠੀਕ ਹੈ। ਟ੍ਰੇਡ ਕਿੱਦਾਂ ਕਰੋਗੇ ਬਾਕੀ ਦੁਨੀਆ ਨਾਲ? ਸੋ ਇਹ ਬਹੁਤ ਕੁਛ ਹੈ ਇਹਨਾਂ ਚੀਜ਼ਾਂ 'ਚ। ਸਿਰਫ ਇਹ ਨਹੀਂ ਕਿ ਸੋਸ਼ਲ ਮੀਡੀਆ ਤੇ 4 ਬੰਦਿਆਂ ਨੇ ਕਹਿਤਾ ਲਓ ਜੀ ਅਸੀਂ ਰੈਡੀ ਹਾਂ ਤੇ ਜੰਗ ਹੋ ਜਾਊਗੀ। ਆਪਣੇ ਰੈਡੀ ਹੋਣ ਨਾਲ ਕੁਛ नहीं होना भाई साहब। ऐसे सैंक्शन लगा देता है यूनाइटेड स्टेट्स और बाकी कंट्रीज आपके ऊपर। अटैक करते हैं एक दूसरे देश। इजराइल ने बिल्कुल फुटबॉल फील्ड बना दिया गाजा को, यूक्रेन पर अटैक कर दिया रशिया ने। तो क्या इंडियन आर्मी है क्यों? ये टोटल 15 लाख से ऊपर आर्मी नेवी और एयरफोर्स। और ये क्या बात कर रहे हैं, इजराइल की बात कर रहे हैं, रशिया की बात कर रहे हैं। इजराइल तो बहुत ही बुरा एग्जाम्पल है, उसके पास कोई भी ग्लोबल सपोर्ट नहीं है। पर वो असली बात तो ये है कि पूरा यूरोप
और यूएस उसको सपोर्ट करता है। इसके बारे में तो हमने सेपरेट वीडियो बनाया कि एक्चुअली ऐसा क्यों है। असलियत तो ये है कि लोग थू करते हैं इजरायलीज पर, वो कहीं भी वेलकम नहीं है इस पूरे दुनिया में जाने के लिए, विजिट करने के लिए। इजराइल बेसिकली यूनाइटेड स्टेट्स ऑफ अमेरिका है। वो जंग छेड़ सकता है, वो एक सुपर पावर है और कोई उसका बाल भी बाका नहीं कर सकता। एटलीस्ट आज के डेट में तो ऐसी स्थिति है और काफ़ी हद तक तो उसकी इकोनॉमी भी वॉर पे ही चलती है, पर हमारी ऐसी स्थिति नहीं। आपको क्या लगता है इस टेरर अटैक के बाद इमीडिएटली इंडिया वॉर डिक्लेयर कर देता है पाकिस्तान पर, कौन कौन लोग हमको सपोर्ट करेंगे? रुपी क्रैश हो जाएगा, स्टॉक मार्केट क्रैश हो जाएगा और इतने सारे जो कंट्रीज हमारे साथ ट्रेड करते हैं वो भी शायद हम पर सैंक्शन लगा दें, हमारे साथ ट्रेड बंद कर दें। और एग्जैक्टली ऐसा ही हुआ था इसराइल और रशिया के साथ। पर रशिया के पास ऑयल है और काफ़ी ग्लोबल सपोर्ट भी उसके साथ था, इंक्लूडिंग इंडिया एंड चाइना। और इसराइल के पास तो फौफौ हैं एंड जितने भी लोग चिल्ला रहे हैं कि वॉर चालू करो, वॉर चालू करो, क्या ऑब्जेक्टिव्स इंडिया सेट करेगा अपने वॉर के लिए? आप ये भी बता दो। आपको आज का नहीं परसों का सोचना है कि क्या होगा। अगर आप एक्चुअली ये टेररिस्ट ऑर्गेनाइजेशंस को अटैक करते हो जैसे आपने 2019 में किया, वो तो परफेक्टली फाइन है, इनफैक्ट वो तो रिक्वायर्ड भी है। पर अगर आप सीधे जाके पाकिस्तानी आर्मी को अटैक कर देते हो तो वो भी तो रिटेलिएट करेंगे, फिर क्या? चलिए एक बेस सिनारियो ही पकड़ते हैं, हम वॉर चालू कर देते हैं पाकिस्तान के साथ, एकदम ही ब्लडी वॉर होगी, बहुत सारे लोग मारे जाएंगे। पाकिस्तान के पास हमारे से बेटर एयरक्राफ्ट भी हैं और जब वॉर चालू होगा तो सिविलियंस भी टारगेट किए जाएंगे। क्यों नहीं टारगेट किए जाएंगे? क्या हमारी सारी इंडियन सिटीज के पास एयर डिफेंसेस हैं? सिर्फ डिफेंस पर्सनल ही नहीं, इनोसेंट्स बच्चे भी मारे जाएंगे अगर आप जंग चालू करते हो तो। और अगर और कुछ भी नहीं तो आप यूक्रेन वॉर को ही देख के एक वार्निंग साइन ले सकते हो कि एक वॉर में कितनी तबाही होती है। हमने तो ये एक्सपीरियंस नहीं किया ना पिछले 50 साल से भी ऊपर। और हम गाजा पैलेस्टाइन का तो मेंशन भी नहीं कर रहे हैं क्योंकि वो तो एक वॉर है ही नहीं, वो तो एक है। चलिए एक मोमेंट के लिए मान भी लिया कि पाकिस्तान के पास शुक्र है कोई इंडियन ਐਪ ਜਿਹਾ ਮਿਲਿਆ ਜਿਹੜਾ ਇਹਨਾਂ ਚੀਜ਼ਾਂ ਨੂੰ ਜੈਨੋਸਾਈਡ ਬੰਦੇ ਨੇ ਕਿਹਾ, ਠੀਕ ਹੈ, ਤੇ ਨਾਲੇ ਇਸ ਚੀਜ਼ ਨੂੰ ਸਪੋर्ट कर रहा है। रिसोर्सेज ही नहीं है कि वो एक लंबी लड़ाई लड़ पाए। आई डोंट अग्री विद दिस। पर चलिए अगर मान भी लिया कि अगर ऐसा है और ये हमारे लिए अगर मान लीजिए बेस्ट केस सिनारियो है, तो भी आपको क्या लगता है इंडियन आर्मी को क्या करना चाहिए? पाकिस्तान को इन्वेड करना चाहिए? क्या आप ये सीरियसली ये बात कर रहे हो? क्या करना चाहिए इंडिया को? अगर मान लीजिए वॉर कर भी लिया तो परसों क्या करना चाहिए? हमारे ऑब्जेक्टिव्स क्या हैं? ये तो क्लियर होना चाहिए ना। और जब तक ये सिचुएशन आएगी, हम इतने आइसोलेट हो चुके होंगे ग्लोबल स्टेज पे, हमारे साथ कोई धंधा नहीं करना चाहेगा। इंडियंस को हर जगह जहाँ पे भी रहते हैं वहाँ पे कोई रहने भी नहीं देगा आसानी से। हमारे लिए कहीं भी बाहर निकलना बहुत मुश्किल हो जाएगा। पूरी हेट फैल जाएगी इंडियंस के लिए, हमारी इकोनॉमी तबाह हो जाएगी। इसराइल का ही एग्जाम्पल ले लीजिए, इतना एड लेते हैं अमेरिका से, उसके बाद भी ये हाल है। एंड इन लोगों को क्या लगता है जो ये बात कर रहे हैं कि बस इंडियन आर्मी सीधा पाकिस्तान में घुस जाएगी, वो लोग कुछ भी नहीं करेंगे? भाई ये क्लियर है, वो लोग आपको वहाँ पे नहीं चाहते। सिमिलरली जैसे आप लोग उनको यहाँ पे नहीं चाहते, वो लोग लड़ेंगे और जब लड़ेंगे तो दोनों तरफ बहुत ही ज़्यादा कैजुअल्टीज होंगे, बहुत ज़्यादा लोग मारे जाएंगे। चलिए एक बात के लिए मान भी लिया कि हमारी आर्मी जाके वहाँ पे सब कुछ डिमोलिश कर देती है, फिर क्या? आपको क्या लगता है उससे टेररिज्म खत्म हो जाएगा? इनफैक्ट टेररिज्म और बढ़ ही जाएगा। ऐसे ही चलती हैं दुनिया में चीज़ें। अगर आप जाके उनके लोगों को मारोगे तो उनके बीच में और क्रोध होगा, वो आपके लोगों को मारने ज़रूर आएंगे। और इससे बेटर एग्जाम्पल क्या हो सकता है कि इजराइल ने जाके गाजा में कितनी तबाही मचाई, कितनी तबाही मचाई। हमास कोई ख़त्म हो गया क्या? अभी रिसेंटली ही आर्टिकल में था कि हमास ने फिर से 30,000 फाइटर्स रिक्रूट कर लिए। क्योंकि अगर किसी आदमी ने देखा हो कि आपने कैसे उसके परिवार वालों को मारा है तो वो शांत बैठेगा क्या? इस चीज़ से टेररिज्म 100% बढ़ेगा, घटेगा नहीं। एंड इसको थोड़ा और आगे और सोचते हैं। आपको क्या लगता है कि इतनी बहुत ही हार्ड बैटल होगी एंड अगर मान लीजिए इंडियन आर्मी पेनिट्रेट भी कर जाती है, फिर उसके बाद क्या? पाकिस्तान एक न्यूक्लियर आर्म्ड स्टेट है, तो जिस चीज़ को आप बेस्ट केस सिनारियो मान रहे हो ना, वो एक्चुअली वर्स्ट केस सिनारियो हो जाएगा हमारे लिए भी, पूरी दुनिया के लिए भी। ऑफ कोर्स थोड़ा काम डाउन करते हैं चीज़ें, जैसा कि इन लोगों को करना चाहिए। हम इस चीज़ के आसपास भी नहीं हैं। पर अगर आप सोचते भी हो कि आप जाके पाकिस्तान को, पाकिस्तानी आर्मी को डिस्ट्रॉय करना चाहते हो, तो उसके बाद आपके पास जो भी केस निकलते हैं, जितने भी सिनारियोज निकलते हैं, एक्चुअली हम अपने आप को ही ख़त्म कर रहे हैं, हमारे लिए ही और मुश्किलें पैदा कर रहे हैं। ये कुछ सेडिस्ट लोगों की ईगो को डेफिनेटली सेटिस्फाई कर देगा, कुछ ऐसा एक्शन, कुछ उनके व्यूज़ बढ़ा देगा, पर आपके लिए, हम सब के लिए ये बुरा ही होगा। असली में तो हमें सीखना चाहिए, एंड जैसा कि हम सीख भी रहे हैं कि कैसे अपने पड़ोसियों के साथ अच्छे से रहना है। ये इनफैक्ट मैं मानूंगा इंडियन गवर्नमेंट का एक बहुत ही बड़ा सक्सेस है। कोई भी मेजर कॉन्फ्लिक्ट नहीं हुआ है पिछले 26 सालों में, एंड 54 ईयर से कोई वॉर भी नहीं हुआ है। हमें अपने पड़ोसियों के साथ पीस चाहिए, कॉन्फ्लिक्ट नहीं चाहिए। हमारे जनरेशन में किसी ने भी वॉर नहीं देखा है, एंड आई होप हम ना देखें, आई होप हमारे बच्चे भी ना देखें। दुनिया में ऑलरेडी बहुत सारी प्रॉब्लम्स हैं, हर देश के पास अपनी अपनी प्रॉब्लम्स भी हैं। ये सारे लोग ना ईरान के लिए भी यही कहते हैं कि ऐसा हो जाए, वैसा हो जाए। एक वॉर अगर वहाँ पे भी होगा ना, हमारे लिए भी इतने बुरे कॉन्सिक्वेंसेज होंगे कि आप इमेजिन भी नहीं कर सकते। और ये
मेरा मैसेज कोई इंडियन गवर्नमेंट के लिए तो है नहीं, वो तो अच्छे से जानते हैं। इनफैक्ट जब ये अटैक हुआ होगा, आज के डेट में जब वो बैठे होंगे कि हम क्या क्या कर सकते हैं, ऑलरेडी पॉसिबल ऑप्शंस होंगे उनके पास कि हम ये सारी चीज़ें कर सकते हैं। और ये चीज़ तो वो अच्छे से जानते हैं कि किस टाइप का रिस्पॉन्स देना चाहिए पॉलिटिकली एंड मिलिटरीली। एंड ये बात तो ऑफकोर्स गवर्नमेंट अच्छे से जानती ही है कि वॉर इज़ नॉट द आंसर। डेफिनेटली हमारी गवर्नमेंट 100% जानती है, एंड आई एम श्योर कि पाकिस्तानी गवर्नमेंट भी जानती है। ऐसे अटैक्स किए जा रहे हैं कंट्री को डिस्टेबलाइज करने के लिए और एक कम्युनल डिवाइड पैदा करने के लिए, और यही उनकी टैक्टिक है। एंड अगर कुछ भी ऐसा होता है, कुछ भी टाइप के कम्युनल राइट्स होते हैं कंट्री में, तो हम टेररिस्ट ट्रैप में ही फंस रहे हैं। तो इसलिए इस टाइप का हेट्रेड प्लीज फैलाना बंद कीजिए। हमें पाकिस्तान आर्मी को अटैक करने की कोई जरूरत नहीं है, हमें वॉर नहीं चाहिए। तो फिर आप बोलोगे कि भाई फिर क्या करें, हाथ पे हाथ रखे बैठे रहें क्या? बिल्कुल भी नहीं। इनफैक्ट मैंने रिकॉर्डिंग करने से पहले प्रमोद श्रीवास्तव सर को कॉल किया एंड आई आस्क्ड हिम कि इंडिया का क्या रिस्पॉन्स होना चाहिए, एंड आई एम कोटिंग व्हाट ही टोल्ड मी। उन्होंने मुझे बताया जोश में नहीं होश में काम लेना चाहिए, एक पिन पॉइंटेड एंड कंट्रोल्ड वॉर होनी चाहिए अगेंस्ट द टेररिस्ट, एंड उनके जितनी रिसोर्सेज हैं उसको भी खत्म करना चाहिए, एंड उनकी जो अम्बिलिकल कॉर्ड है उसको भी काटना चाहिए, चाहे वो जहां भी। ਅੱਜ ਦੀ ਵੀਡੀਓ ਦੇਖ ਕੇ ਮਨ ਨੂੰ ਤਸੱਲੀ ਮਿਲੀ ਕਿ ਸਿਰਫ ਅਸੀਂ ਨਹੀਂ ਸਿਰਫ ਮੈਂ ਹੀ ਨਹੀਂ ਜਿਹੜਾ ਰੌਲਾ ਪਾਉਣ ਡਿਆ ਹੈ ਕਿ #say_no_to_war, ਕੁਝ ਹੋਰ ਲੋਕ ਵੀ ਹੈ। ਐਂਡ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਪਿਛਲੇ ਪਾਰਟਸ ਦੇ ਵਿੱਚ ਗੱਲਾਂ ਕੀਤੀਆਂ ਨਾ, ਇਹਨਾਂ ਨੇ ਵੀ ਉਹੀ ਗੱਲਾਂ ਕੀਤੀਆਂ, ਕਿਉਂਕਿ ਵੌਰ ਇਹ ਨਹੀਂ ਕਿ ਤੁਸੀਂ ਕਹਿਤਾ ਕਿ ਵੌਰ ਹੋ ਜੇ ਤੇ ਵੌਰ ਹੋ ਗਈ। ਠੀਕ ਹੈ, ਇੰਡੀਆ ਦੇ ਲੋਕ ਵੀ ਬੜੇ ਜੋਸ਼ ਦੇ ਵਿੱਚ ਆ। ਉਹ ਤਾਂ ਸਿੱਧਾ ਕਹਿੰਦੇ ਆ ਕਿ ਜਾਓ ਜੀ, ਸਾਡੀ ਆਰਮੀ ਉੱਧਰ ਜਾਊਗੀ ਤੇ ਉੱਧਰ 4-5 ਬੰਬ ਸਿੱਟ ਕੇ ਆਜੂ ਤੇ ਪਾਕਿਸਤਾਨ ਖਤਮ, ਨਕਸ਼ੇ ਤੋਂ ਹੀ ਮਿਟਾਤਾ। ਠੀਕ ਹੈ, ਤੇ ਪਾਕਿਸਤਾਨੀ ਵੀ ਕਮੈਂਟ ਇੱਦਾਂ ਹੀ ਕਰਦੇ ਕਿ ਅਸੀਂ ਤਾਂ ਰੈਡੀ ਬੈਠੇ ਹਾਂ, ਅਸੀਂ ਤਾਂ ਤਿਆਰ ਬੈਠੇ ਹਾਂ, ਸਾਡੇ ਜੋਸ਼ ਬਹੁਤ ਹੈ, ਜਜ਼ਬਾ ਬਹੁਤ ਹੈ, ਇਹ ਹੈ ਉਹ ਹੈ। ਮੰਨ ਕੇ ਗੱਲ ਵੀ ਦੇਖੋ, ਆਹ ਦੇਖੋ ਹੱਥ ਜੋੜੇ, ਮੰਨ ਗਿਆ ਗੱਲ ਮੈਂ ਇਹ ਤੁਹਾਡੀ ਸਾਰਿਆਂ ਦੀ ਕਿ ਪਾਕਿਸਤਾਨੀਆਂ ਦੇ ਵਿੱਚ ਵੀ ਬਹੁਤ ਜੋਸ਼ ਭਰਿਆ ਤੇ ਜਿਹੜੇ ਇੰਡੀਅਨ ਲੋਕ ਆ ਉਹਨਾਂ ਦੇ ਵਿੱਚ ਵੀ ਭਾਈ ਬਾਹਲਾ ਹੀ ਜੋਸ਼ ਭਰਿਆ ਪਿਆ। ਠੀਕ ਹੈ, ਮਤਲਬ ਬਾਹਲਾ ਹੀ ਜ਼ਿਆਦਾ ਉਤਸੁਕ ਆ ਤੁਸੀਂ ਸਾਰੇ ਜਣੇ ਸੋਸ਼ਲ ਮੀਡੀਆ ਤੇ ਲੜਾਈ ਕਰਨ ਨੂੰ। ਠੀਕ ਹੈ, ਕਿਉਂਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਮੈਚੋਰਿਟੀ ਕਿੱਥੇ ਹੈ, ਮੈਚੋਰਿਟੀ ਲੈਵਲ ਕਿੱਥੇ ਹੈ। ਸੌਰੀ ਟੂ ਸੇ, ਕਈ ਮੇਰੇ ਸਬਸਕ੍ਰਾਈਬਰਸ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਣੀਆਂ, ਐਂਡ ਕਈ ਲੋਕ ਮੈਨੂੰ ਕਹਿੰਦੇ ਆ ਕਿ ਸਰ ਭਾਜੀ ਤੁਸੀਂ ਤੁਹਾਡੀਆਂ ਇੰਨੇ ਸਾਲਾਂ ਤੋਂ ਤੁਹਾਨੂੰ ਦੇਖ ਰਹੇ ਹਾਂ ਤੇ ਤੁਸੀਂ ਆਹ ਗੱਲ ਸਹੀ ਨਹੀਂ ਕੀਤੀ। ਮਤਲਬ ਤੁਸੀਂ ਕੀ ਚਾਹੁੰਦੇ ਹੋ? ਮੈਂ ਕੀ ਗੱਲ ਕਰਾਂ? ਮੈਂ ਕਵਾਂ ਇਹ ਕਿ ਜੰਗ ਹੋਵੇ? ਬਈ ਮੈਂ ਤਾਂ ਨਹੀਂ ਇਹ ਗੱਲ ਕਰ ਸਕਦਾ, ਕਿਉਂਕਿ ਮੇਰਾ ਚੈਨਲ, ਆਪਣੇ ਇਸ ਚੈਨਲ ਤੇ ਆਪਾਂ ਇੱਕ ਇਹੋ ਜਿਹੀ ਫੈਮਿਲੀ ਕ੍ਰੀਏਟ ਕੀਤੀ ਹੈ ਜਿਹੜੀ ਇੱਕ ਪੋਜ਼ਿਟਿਵ ਜੋ એનર્ਜੀ ਪ੍ਰੋਡਿਊਸ ਕਰ ਰਹੀ ਹੈ, ਇੱਕ ਪੋਜ਼ਿਟਿਵਿਟੀ ਨੂੰ ਪ੍ਰਮੋਟ ਕਰਦੀ ਹੈ, ਹਮੇਸ਼ਾ ਪਿਆਰ ਦੀ ਗੱਲ ਕਰਦੀ ਹੈ। ਤੇ ਮੈਂ ਇਸ ਚੈਨਲ ਤੇ ਕਿਵੇਂ ਕਹਿਦਾ ਕਿ ਵਾਰ ਹੋ ਜੇ? ਪੰਜਾਬ ਦੇ ਵਿੱਚ ਆਪਾਂ ਬੈਠੇ ਆਂ, ਬਾਰਡਰ ਸਟੇਟ ਆ ਆਪਣੇ ਦੋਨਾਂ ਦੀ, ਤੇ ਮੈਂ ਕਿਉਂ ਆਪਣੇ ਪੰਜਾਬਾਂ ਦਾ ਨੁਕਸਾਨ ਕਰਵਾਵਾਂ? ਅੱਗੇ ਅਸੀਂ ਘੱਟ ਸਿਆ 47 ਦਾ ਸੰਤਾਪ ਅਸੀਂ ਹਜੇ ਤੱਕ ਨਹੀਂ ਭੁੱਲ ਸਕੇ ਉਹਨਾਂ ਚੀਜ਼ਾਂ ਨੂੰ, ਤੇ ਤੁਸੀਂ ਕੀ ਚਾਹੁੰਦੇ ਹੋ ਯਾਰ ਮੈਥੋਂ? ਮਤਲਬ ਮੈਂ ਕੀ ਕਵਾਂ? ਇੱਕ ਮੈਚੋਰਿਟੀ ਵਾਲੀ ਗੱਲ ਸੋਚੋ। ਦੇਖੋ ਇਹਨਾਂ ਨੇ ਭਾਈ ਨੇ ਸਟੈਪ ਦੱਸੇ ਆਪਾਂ ਨੂੰ ਕਿ ਵੌਰ ਇਦਾਂ ਹੀ ਨਹੀਂ ਕਿ ਇਹਨਾਂ ਨੇ ਕਹਿਤਾ ਵੌਰ ਹੋ ਗਈ ਤੇ ਵੌਰ ਹੋ ਗਈ। ਹਾਲਾਂਕਿ ਇੰਡੀਅਨ PM ਨੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਕਿ ਅਸੀਂ ਪਾਕਿਸਤਾਨ ਨਾਲ ਵੌਰ ਡਿਕਲੇਅਰ ਨਹੀਂ ਕੀਤੀ। ਸਭ ਤੋਂ ਪਹਿਲਾਂ ਜੇ ਕੋਈ ਇਦਾਂ ਦੀ ਚੀਜ਼ ਹੁੰਦੀ ਹੈ ਤਾਂ ਮੈਂ ਤੁਹਾਨੂੰ ਹਮੇਸ਼ਾ ਕਿਹਾ ਕਿ ਜਿਹੜੇ ਓਫੀਸ਼ੀਅਲ ਹੁੰਦੇ ਆ, ਕੋਈ ਪ੍ਰੈਜ਼ੀਡੈਂਟ, ਕੋਈ ਪ੍ਰਾਈਮ ਮਿਨਿਸਟਰ, ਇਹ ਡਿਕਲੇਅਰ ਕਰਨਗੇ। ਡਿਕਲੇਅਰ ਵੀ ਕਦੋਂ ਕਰਨਗੇ? ਜਦੋਂ ਇਹਨਾਂ ਨੂੰ ਬਾਕੀ ਕੰਟਰੀਆਂ ਦੀ ਸਪੋਰਟ ਮਿਲੇ। ਠੀਕ ਹੈ, ਹੁਣ ਮੰਨ ਲਓ ਪਾਕਿਸਤਾਨ ਵੀ ਬਾਕੀ ਕੰਟਰੀਜ਼ ਤੋਂ ਸਪੋਰਟ ਮੰਗੂਗਾ ਕਿ ਕਿਹੜੀ ਕੰਟਰੀ ਦੀ ਉਹਨਾਂ ਨੂੰ ਸਪੋਰਟ ਮਿਲਦੀ ਹੈ, ਫਿਰ ਇੰਡੀਆ ਵੀ ਸਪੋਰਟ ਮੰਗੂਗਾ, ਫਿਰ ਜਾ ਕੇ ਇਹ ਡਿਕਲੇਅਰ ਕਰਨਗੇ। ਠੀਕ ਹੈ, ਵੀ ਹਾਂ ਵੀ ਇਹ ਚੀਜ਼ ਹੋ ਗਈ ਹੈ, ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੋਣਗੀਆਂ। ਮਤਲਬ ਸੋਸ਼ਲ ਮੀਡੀਆ ਦਾ ਮੈਂ ਕਹਿੰਦਾ ਕਿ ਨੁਕਸਾਨ ਵੀ ਬਹੁਤ ਹੈ ਤੇ ਫਾਇਦਾ ਵੀ ਬਹੁਤ ਹੈ, ਪਰ ਮੇਰੇ ਖਿਆਲ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੁਕਸਾਨ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਕਿ ਸੋਸ਼ਲ ਮੀਡੀਆ ਦਾ ਨੁਕਸਾਨ ਹੀ ਜ਼ਿਆਦਾ, ਕਿਉਂਕਿ ਹੇਟ ਜ਼ਿਆਦਾ ਹੀ ਫੈਲ ਰਹੀ ਹੈ। ਤੇ ਪਰ ਚੰਗਾ ਲੱਗਾ ਅੱਜ ਦੀ ਵੀਡੀਓ ਦੇਖ ਕੇ ਕਿ ਇਹਨਾਂ ਨੇ ਕੀ ਉਹਦੇ ਪਰਿਣਾਮ ਹੋ ਸਕਦੇ ਆ ਜੇਕਰ ਯੁੱਧ ਲੱਗਦਾ। ਮੈਂ ਤੁਹਾਨੂੰ ਅੱਗੇ ਵੀ ਇਹ ਗੱਲ ਕਹੀ ਸੀ ਕਿ ਦੁਨੀਆ ਦੇ ਵਿੱਚ ਕਿਤੇ ਵੀ ਜੰਗ ਲੱਗਦੀ ਹੈ ਨਾ, ਤਾਂ ਉਹਦਾ ਅਸਰ ਨਾ ਪੂਰੀ ਦੁਨੀਆ ਤੇ ਪੈਂਦਾ ਹੈ। ਹੁਣ ਦੇਖੋ ਇੰਡੀਅਨ ਜੋ ਸਟਾਕ ਮਾਰਕੀਟ ਹੈ, ਕਿੰਨੇ ਤਗੜੇ ਲੈਵਲ ਤੇ ਰੈਵਨਿਊ ਜਨਰੇਟ ਕਰਦੀ ਹੈ, ਕਿੰਨੇ ਤਗੜੇ ਲੈਵਲ ਤੇ ਸਿਸਟਮ ਹੁੰਦਾ ਹੈ, ਇਕਨੋਮਿਕਲੀ ਕਿੰਨਾ ਸਟਰੋਂਗ ਹੈ, GDP ਕਿੰਨੀ ਜ਼ਬਰਦਸਤ ਚੱਲ ਰਹੀ ਹੈ, ਫੋਰਨ ਪਾਲਿਸੀਜ਼ ਕਿੰਨੀਆਂ ਵਧੀਆ ਹੈ। ਇੰਡੀਆ ਇੱਕ ਸਟੇਬਲਾਈਜ਼ਡ ਕੰਟਰੀ ਹੈ। ਠੀਕ ਹੈ, ਉਹ ਇੰਡੀਅਨ ਜੋ ਗਵਰਨਮੈਂਟ ਹੈ ਉਹ ਜਾਣਦੀ ਹੈ ਕਿ ਅਸੀਂ ਵਾਰ ਵੱਲ ਨਹੀਂ ਜਾਣਾ, ਕਿਉਂਕਿ ਵਾਰ ਜਿਹੜੀ ਹੁੰਦੀ ਹੈ ਉਹ ਇਹਨਾਂ ਚੀਜ਼ਾਂ ਦਾ ਆਪਸ਼ਨ ਨਹੀਂ ਹੈ, ਹੱਲ ਨਹੀਂ ਹੈ। ਠੀਕ ਹੈ, ਦੂਜੇ ਨੰਬਰ ਤੇ ਪਾਕਿਸਤਾਨ ਇੱਕ ਸਟੇਬਲਾਈਜ਼ਡ ਜਿਹੜੀ ਕੰਟਰੀ ਹੈ, ਇਸ ਟਾਈਮ ਉਹ ਸਟੇਬਲ ਨਹੀਂ ਹੈ, ਇਕਨੋਮਿਕਲੀ ਬਹੁਤ ਵੀਕ ਹੈ। ਠੀਕ ਹੈ, GDP ਦਾ ਕੋਈ ਐਡਾ ਖਾਸ ਨਹੀਂ, ਇਨਵੈਸਟਮੈਂਟ ਵੀ ਚਲੋ ਹੋਈਆਂ ਪਰ ਬਹੁਤ ਘੱਟ ਹੋਈਆਂ, ਉਸ ਲੈਵਲ ਤੇ ਨਹੀਂ ਹੋਈਆਂ ਜਿਸ ਲੈਵਲ ਤੱਕ ਹੋਣੀਆਂ ਚਾਹੀਦੀਆਂ। ਹਾਂ, ਇਹ ਜ਼ਰੂਰ ਕਹਿ ਸਕਦੇ ਹਾਂ ਕਿ ਪਾਕਿਸਤਾਨ ਨੇ ਆਪਣਾ ਡਿਫੈਂਸ ਬਹੁਤ ਸਟਰੋਂਗ ਕੀਤਾ, ਪਰ ਇਕੱਲਾ ਉਹੀ ਨਹੀਂ ਯਾਰ, ਇਕੱਲਾ ਇੱਕ ਉਹ ਹੱਲ ਨਹੀਂ ਗਾ ਡਿਫੈਂਸ ਸਟਰੋਂਗ ਕਰਨਾ। ਠੀਕ ਹੈ, ਆਪਾਂ ਨੂੰ ਸਭ ਨੂੰ ਪਤਾ ਹੈ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਚੀਜ਼ਾਂ ਹੁੰਦੀਆਂ ਉਹ ਮੈਟਰ ਕਰਦੀਆਂ ਹੁੰਦੀਆਂ। ਸੋ ਇਹ ਨਹੀਂ ਕਿ ਅੱਜ ਜੰਗ ਲੱਗ ਜੂਗੀ ਤੇ ਕੱਲ ਖਤਮ ਹੋ ਜੂਗੀ। ਜੰਗ 'ਚ ਤੁਸੀਂ ਲੜ ਲਓਗੇ,
ਠੀਕ ਹੈ ਅਸੀਂ ਆਪਦੇ ਜਵਾਨ ਵੀ ਸ਼ਹੀਦ ਕਰਾ ਲਾਂਗੇ, ਤੁਸੀਂ ਵੀ ਆਪਦੇ ਕਰਾ ਲਓਗੇ, ਠੀਕ ਹੈ, ਪਰ ਉਸ ਤੋਂ ਬਾਅਦ ਕੀ, ਉਸ ਤੋਂ ਬਾਅਦ ਰਿਜ਼ਲਟ ਕੀ ਹੈ? ਮਤਲਬ ਸਾਡੇ ਦੇਸ਼ਾਂ ਦੇ ਵਿੱਚ ਅੱਗੇ ਹੀ ਐਡੀ ਬੇਰੁਜ਼ਗਾਰੀ ਹੈ, ਭੁੱਖਮਰੀ ਪਈ ਹੈ, ਗਰੀਬੀ ਇੰਨੀ ਹੈ, ਠੀਕ ਹੈ, ਐਡੀ ਜਨਸੰਖਿਆ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ ਇੰਨੀ ਬੇਰੁਜ਼ਗਾਰੀ ਹੈ, ਮਤਲਬ ਉਹ ਚੀਜ਼ਾਂ ਨੂੰ ਠੱਲ ਪੈ ਜਾਊਗੀ? ਮਤਲਬ ਜੰਗ ਤੋਂ ਬਾਅਦ ਕੀ ਹੋਊਗਾ ਕਿ ਰੁਜ਼ਗਾਰ ਮਿਲ ਜਾਊਗਾ, ਆਤੰਕਵਾਦ ਖਤਮ ਹੋ ਜਾਊਗਾ, ਆਤੰਕਵਾਦ ਉਸ ਤੋਂ ਵੀ ਜ਼ਿਆਦਾ ਵਧੂਗਾ, ਠੀਕ ਹੈ, ਜਿਵੇਂ ਆਪਾਂ ਦੇਖਿਆ ਹੈ। ਸੋ ਜੰਗ ਕੋਈ ਕਿਸੇ ਮਸਲੇ ਦਾ ਹੱਲ ਨਹੀਂਗਾ, ਠੀਕ ਹੈ। ਸੋ ਐਵੇਂ ਥੋੜ੍ਹਾ ਜਿਹਾ ਸੋਚੋ ਯਾਰ, ਦਿਮਾਗ ਨੂੰ ਲਗਾ ਕੇ ਜੋਸ਼ ਦੇ ਵਿੱਚ ਐਵੇਂ ਨਾ ਕਮੈਂਟ ਕਰੀ ਜਾਇਆ ਕਰੋ, ਇਹ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ, ਠੀਕ ਹੈ ਜੀ। ਸੋ ਵਾਹਿਗੁਰੂ ਮਿਹਰ ਕਰੇ ਕਿ ਕਦੇ ਵੀ ਇਹ ਜੰਗ ਨਾ ਹੀ ਲੱਗੇ, ਮੈਨੂੰ ਤਾਂ ਪੂਰੀ ਉਮੀਦ ਹੈ ਕਿ ਨਹੀਂ ਲੱਗੇਗੀ, ਪਰ ਅਰਦਾਸ ਕਰੀਏ, ਮਿਲ ਕੇ ਦੁਆ ਕਰੀਏ ਉਸ ਰੱਬ ਦੇ ਅੱਗੇ, ਅੱਲਾਹ ਦੇ ਅੱਗੇ, ਉਸ ਭਗਵਾਨ ਦੇ ਅੱਗੇ ਕਿ ਵੌਰ ਨਾ ਹੋਵੇ, ਠੀਕ ਹੈ। ਵੌਰ ਹੁੰਦੀ ਹੈ ਤਾਂ ਸਾਡੇ ਜਵਾਨ ਸ਼ਹੀਦ ਹੁੰਦੇ ਆ, ਹੋਰ ਕੁਝ ਨਹੀਂ ਹੁੰਦਾ, ਠੀਕ ਹੈ। ਤੇ ਨਿਊਜ਼ ਰੂਮ ਜਿਹੜੇ ਹੁੰਦੇ ਆ ਨਾ, ਨਿਊਜ਼ ਮੀਡੀਆ ਵਾਲੇ, ਉਹਨਾਂ ਨੇ ਤਾਂ ਬੈਠ ਕੇ TRP ਛਾਪਣੀਆਂ ਛਾਪੀ ਜਾਣਗੇ, ਉਹ ਤਾਂ ਸਟੂਡੀਓ 'ਚ ਬੈਠ ਕੇ ਤੁਹਾਨੂੰ ਭਟਕਾ ਰਹੇ ਆ, ਤੁਸੀਂ ਭਟਕ ਕੇ ਕਮੈਂਟ ਕਰ ਰਹੇ ਹੋ, ਤੇ ਇਹ ਤਾਂ ਫਿਰ ਕੋਈ ਹੱਲ ਨਹੀਂ ਹੋਇਆ ਨਾ। ਸੋ ਵਾਹਿਗੁਰੂ ਮਿਹਰ ਕਰੇ ਜੀ ਸਾਰਿਆਂ ਤੇ ਬਾਕੀ ਜਾਣ ਤੋਂ ਪਹਿਲਾਂ ਇੱਕ ਕਮੈਂਟ ਜ਼ਰੂਰ ਕਰਿਓ, #SayNoToWar। ਮਿਲਦੇ ਨੈਕਸਟ ਵੀਡੀਓ 'ਚ, ਚਲਦੇ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ।